ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਪੁੱਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਜੀ ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕੁਛਕ ਦਿਨ ਸੋ ਇਸ ਭਾਂਤ ਬਿਤਾਇਓ। ਸੰਤ ਉਬਾਰ ਦੁਸ਼ਟ ਸਭ ਘਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਰਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸੰਧਿਆ ਦੇ ਜੋ ਦੀਵਾਨ ਸਜੇ ਨੇ, ਸਜੇ ਦੀਵਾਨਾਂ ਵਿੱਚ ਆਪ ਜੀ ਨੇ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ, ਉੱਥੇ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਕਲਗੀਧਰ ਪਾਤਸ਼ਾਹ ਨੇ ਜਿੱਥੇ ਚਰਨ ਪਾ ਕੇ 4 ਸਾਲ ਜਮਨਾ ਦੇ ਕੰਢੇ ਤੇ ਲੀਲਾ ਕੀਤੀ ਹੈ, ਉੱਥੋਂ ਦੇ ਵਸਨੀਕ ਮਹਾਨ ਵਿਦਵਾਨ ਗੁਰੂ ਘਰ ਦੇ ਕੀਰਤਨੀਏ ਸਨਮਾਨਯੋਗ ਭਾਈ ਜਸਪਾਲ ਸਿੰਘ ਜੀ ਪਾਸੋਂ 10ਵੇਂ ਪਾਤਸ਼ਾਹ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋ ਲੜੀ ਇਤਿਹਾਸ ਦੀ ਸ਼ੁਰੂ ਹੋਈ ਹੈ, ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਦਾ ਜੋ ਇਤਿਹਾਸ ਭਾਈ ਸੇਵਾ ਸਿੰਘ ਭੱਟ ਨੇ ਲਿਖਿਆ ਸੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸਵਈਏ ਦਰਜ ਹਨ। ਉਹਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਜਿਹੜੇ ਹੋਏ ਨੇ ਉਹ ਭਿੱਖਾ ਜੀ ਹੋਏ ਨੇ। ਭਿੱਖੇ ਦੇ ਪੁੱਤਰ ਕੀਰਤ ਜੀ ਹੋਏ ਨੇ ਤੇ ਕੀਰਤ ਦੇ ਪੁੱਤਰ ਬੋਹਿਤ ਜੀ ਹੋਏ ਨੇ। ਉਹਨਾਂ ਦੀ ਅੱਗੋਂ 6ਵੀਂ 7ਵੀਂ ਪੀੜ੍ਹੀ ਵਿੱਚ ਭਾਈ ਸੇਵਾ ਸਿੰਘ ਜੀ, ਇਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਜੋ ਵਹੀਆਂ ਵਿੱਚ ਡੇਟਾਂ ਇਤਿਹਾਸ ਲਿਖੇ ਹੋਏ ਸਨ, ਜੋ ਇੰਦਰਾਜ ਦਰਜ ਸਨ, ਉਹਨਾਂ ਦੇ ਆਧਾਰ 'ਤੇ ਅਤੇ ਗੁਰ ਇਤਿਹਾਸ ਦੀਆਂ ਸਾਰੀਆਂ ਪਰੰਪਰਾਵਾਂ ਨੂੰ ਸੁਣ ਕੇ ਇਸ ਗ੍ਰੰਥ ਸ਼ਹੀਦ ਬਿਲਾਸ ਦੀ ਰਚਨਾ ਕੀਤੀ। ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਦਾ ਇਹ ਸਾਰੀ ਕਥਾ ਭਾਈ ਮਨੀ ਸਿੰਘ ਜੀ ਦੀ ਜੀਵਨ ਕਥਾ ਹੈ। ਉਹਦੇ ਨਾਲ ਹੋਰ ਵੀ ਉਹਨਾਂ ਦੇ ਪਰਿਵਾਰ ਦੇ ਸ਼ਹੀਦਾਂ ਦਾ, ਗੁਰੂ ਲਾਲਾਂ ਦਾ, ਗੁਰੂ ਪਿਆਰਿਆਂ ਦਾ ਜ਼ਿਕਰ ਹੈ, ਕਿਉਂਕਿ ਭਾਈ ਮਨੀ ਸਿੰਘ ਜੀ ਵਰਗੀ ਫੈਮਿਲੀ ਸ਼ਾਇਦ ਹੀ ਕੋਈ ਹੋਰ ਹੋਵੇ ਜਿਹਦੇ ਵਿੱਚ ਇਤਨੇ ਜ਼ਿਆਦਾ ਸਰੀਰ ਗੁਰੂ ਦੇ ਵਾਸਤੇ ਲੇਖੇ ਲੱਗੇ ਹੋਣ, ਇੰਨੀਆਂ ਸ਼ਹੀਦੀਆਂ ਹੋਈਆਂ ਹੋਣ। 60-70 ਜੀ ਇੱਕ ਘਰ ਦੇ ਸ਼ਹੀਦ ਹੋ ਜਾਣੇ, ਇਹ ਸਾਧ ਸੰਗਤ ਜੀ ਕੋਈ ਛੋਟੀ ਗੱਲ ਨਹੀਂ। ਇੱਕੋ ਦਿਨ ਹੀ 6-7 ਪੋਹ ਦੀ ਰਾਤ ਨੂੰ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਮਹਾਰਾਜ ਨੇ ਛੱਡਿਆ ਸੀ ਤੇ ਚਮਕੌਰ ਸਾਹਿਬ ਪਹੁੰਚਦਿਆਂ ਤੱਕ 5 ਪੁੱਤਰ ਮਨੀ ਸਿੰਘ ਦੇ ਸ਼ਹੀਦ ਹੋ ਗਏ ਸਨ। ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜੈਬ ਸਿੰਘ ਜੀ, ਭਾਈ ਅਨਕ ਸਿੰਘ ਜੀ। ਬਾਕੀ ਉਹਨਾਂ ਦਾ ਇਤਿਹਾਸ ਤਾਂ ਬੜਾ ਮਹਾਨ ਆਪਾਂ ਸੁਣ ਰਹੇ ਹਾਂ। ਕੱਲ੍ਹ ਆਪਾਂ ਸਰਵਣ ਕੀਤਾ ਵੀ ਪਾਉਂਟੇ ਸਾਹਿਬ ਰਹਿੰਦਿਆਂ 10ਵੇਂ ਪਾਤਸ਼ਾਹ ਨੇ ਬਾਬਾ ਰਾਮ ਰਾਏ ਜੀ ਦੇ ਪਰਿਵਾਰ ਦੀ ਸਾਰ ਲਈ ਮਾਤਾ ਪੰਜਾਬ ਕੌਰ ਜੀ ਗੁਰੂ ਸਾਹਿਬ ਜੀ ਦੀ ਭਤੀਜੇ ਨੂੰ ਲੱਗਦੀ ਸੀ, ਬਾਬਾ ਰਾਮ ਰਾਏ ਦੀ ਪਤਨੀ। ਉਸ ਨੇ ਬੇਨਤੀ ਕੀਤੀ, ਮਹਾਰਾਜ ਬਾਬਾ ਰਾਮ ਰਾਏ ਜੀ ਦੇ ਭੋਗ 'ਤੇ ਪਹੁੰਚੇ
ਕਿਉਂਕਿ ਮਸੰਦਾਂ ਨੇ ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ। ਬਾਬਾ ਜੀ ਆਤਮਿਕ ਸ਼ਕਤੀ ਨਾਲ ਕਿਸੇ ਸੇਵਕ ਦਾ ਕਾਰਜ ਸਵਾਰਨ ਦੂਰ ਗਏ ਹੋਏ ਸਨ ਤੇ ਕਹਿ ਗਏ ਸਨ ਵੀ ਸਾਡੇ ਸਰੀਰ ਦਾ ਸੰਸਕਾਰ ਨਾ ਕਰਿਆ ਜੇ, ਅਸੀਂ ਵਾਪਸ ਆਵਾਂਗੇ, ਕੋਈ ਸਾਡੇ ਸਰੀਰ ਨੂੰ ਹੱਥ ਵੀ ਨਾ ਲਾਵੇ। ਪਰ ਰਾਮ ਰਾਈਏ ਮਸੰਦਾਂ ਨੇ, ਗੁਰਬਖਸ਼ ਵਰਗਿਆਂ ਨੇ ਜਾਣ ਬੁੱਝ ਕੇ ਬਾਬਾ ਜੀ ਦਾ ਸੰਸਕਾਰ ਕਰ ਦਿੱਤਾ ਤੇ ਬਾਬਾ ਜੀ ਨੇ ਆ ਕੇ ਆਪਣੀ ਪਤਨੀ ਨੂੰ ਦਰਸ਼ਨ ਦਿੱਤੇ। ਆਤਮਿਕ ਮੰਡਲ 'ਚੋਂ ਆਵਾਜ਼ ਦਿੱਤੀ ਕਿ ਤੁਸੀਂ ਗੁਰੂ ਕਲਗੀਧਰ ਜੀ ਨੂੰ ਸੱਦ ਕੇ ਮੇਰਾ ਬਦਲਾ ਲਵੋ। ਮਾਤਾ ਪੰਜਾਬ ਕੌਰ ਨੇ 10ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਮਹਾਰਾਜ ਉੱਥੇ ਗਏ। ਸਾਰਾ ਪ੍ਰੋਗਰਾਮ ਇਤਿਹਾਸ ਵਿੱਚ ਪ੍ਰਸਿੱਧ ਹੈ ਵੀ ਰਾਮ ਰਾਏ ਦੇ ਮਸੰਦਾਂ ਨੂੰ ਦੇਹਰਾਦੂਨ ਜਾ ਕੇ ਮਹਾਰਾਜ ਨੇ ਸੋਧਾ ਲਾਇਆ ਸੀ। ਅਗਲੇ ਸਾਲ 10ਵੇਂ ਪਾਤਸ਼ਾਹ ਜੀ ਆਪ ਨਹੀਂ ਗਏ ਬਰਸੀ ਤੇ, ਭਾਈ ਮਨੀ ਸਿੰਘ ਤੇ ਦੀਵਾਨ ਆਨੰਦ ਚੰਦ ਜੀ ਨੂੰ ਭੇਜਿਆ ਸੀ। ਇਹਨਾਂ ਨੇ ਜਾ ਕੇ ਉੱਥੇ ਪ੍ਰਬੰਧ ਸੁਧਾਰਿਆ ਤੇ ਗੁਰਬਖਸ਼ ਨੂੰ ਫਿਰ ਠੀਕ ਕੀਤਾ ਸੀ। ਸੋ ਖਾਲਸਾ ਜੀ, ਇਹ ਇਤਿਹਾਸ ਪਾਉਂਟੇ ਸਾਹਿਬ ਦਾ ਹੁਣ ਜਿਹੜਾ ਕੁਝ ਰਹਿੰਦਾ ਹੈ ਅੱਜ ਉੱਥੋਂ ਹੀ ਸ਼ੁਰੂ ਹੋ ਰਿਹਾ ਹੈ। ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੁਛ ਕੁ ਦਿਨ ਸੋ ਇਸ ਭਾਂਤ ਬਿਤਾਇਓ। ਕੁਝ ਦਿਨ ਇਸ ਤਰ੍ਹਾਂ ਬੀਤ ਗਏ। ਸੰਤ ਉਬਾਰ ਦੁਸ਼ਟ ਸਭ ਘਾਇਓ। 10ਵੇਂ ਪਾਤਸ਼ਾਹ ਨੇ ਸੰਤਾਂ ਦੀ ਰੱਖਿਆ ਕੀਤੀ, ਦੁਸ਼ਟਾਂ ਨੂੰ ਸੋਧੇ ਲਾਏ। ਨਗਰ ਪਾਵਟੇ ਜੋ ਚਲ ਆਵੈ। ਪਾਉਂਟਾ ਸਾਹਿਬ ਗੁਰੂ ਦੀ ਰਾਜਧਾਨੀ ਸੀ, ਗੁਰੂ ਦਾ ਕਿਲ੍ਹਾ ਸੀ। ਜਮਨਾ ਦੇ ਕੰਢੇ ਤੇ 10ਵੇਂ ਪਾਤਸ਼ਾਹ ਬਿਰਾਜੇ ਸਨ। ਬੜੀਆਂ ਰੌਣਕਾਂ ਲੱਗੀਆਂ ਹੋਈਆਂ ਸਨ। ਮਹਾਰਾਜ ਦੇ ਕੋਲ ਜਿਹੜਾ ਵੀ ਉੱਥੇ ਪਾਉਂਟੇ ਸਾਹਿਬ ਆਉਂਦਾ ਸੀ, ਮਨੋ ਕਾਮਨਾ ਗੁਰ ਥੀ ਪਾਵੈ। ਉਹ ਗੁਰੂ ਮਹਾਰਾਜ ਕੋਲੋਂ ਮਨੋ ਕਾਮਨਾ ਜੋ ਵੀ ਮੰਗਦਾ ਸੀ, ਜੋ ਮੰਗੈ ਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਮੂੰਹ ਮੰਗੀਆਂ ਮੁਰਾਦਾਂ ਗੁਰੂ ਸਾਹਿਬ ਤੋਂ ਪ੍ਰਾਪਤ ਹੁੰਦੀਆਂ ਸਨ। ਰਿੱਧ ਸਿੱਧ ਸਭ ਗੁਰ ਘਰ ਆਈ। ਗੁਰੂ ਮਹਾਰਾਜ ਦੇ ਘਰ ਸਾਰੀਆਂ ਰਿੱਧੀਆਂ ਸਿੱਧੀਆਂ ਵਸਦੀਆਂ ਹਨ। ਇੱਥੋਂ ਜੋ ਵੀ ਕੋਈ ਮੰਗੇ ਮਿਲ ਜਾਂਦਾ ਹੈ। ਆਵੈ ਖਾਲੀ ਭਰਿਆ ਜਾਵੈ। ਖਾਲੀ ਆਉਂਦੇ ਨੇ, ਭਰੇ ਜਾਂਦੇ ਨੇ। ਖਾਲੀ ਝੋਲੀਆਂ ਲੈ ਕੇ ਜਿਹੜਾ ਵੀ ਆਵੇ ਤੇ ਗੁਰੂ ਅੱਗੇ ਝੋਲੀ ਅੱਡ ਦਵੇ ਤੇ ਗੁਰੂ ਸੱਚੇ ਪਾਤਸ਼ਾਹ ਉਹਦੀ ਝੋਲੀ ਭਰਦੇ ਨੇ। ਦੁੱਧ ਮੰਗੇ ਦੁੱਧ ਮਿਲਦਾ ਹੈ, ਪੁੱਤ ਮੰਗੇ ਪੁੱਤ ਮਿਲਦਾ ਹੈ। ਜੋ ਵੀ ਕੋਈ ਮੰਗਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਤੇਨਾ। ਸਤਿਗੁਰੂ ਸਭ ਦੀਆਂ ਇੱਛਾ ਪੂਰੀਆਂ ਕਰਦੇ ਹਨ। ਦਸਮ ਗੁਰੂ ਨਿਤ ਚੜ੍ਹੈ ਸ਼ਿਕਾਰ। ਮਹਾਰਾਜ 10ਵੇਂ ਪਾਤਸ਼ਾਹ ਰੋਜ਼ ਸ਼ਿਕਾਰ ਖੇਡਣ ਜਾਂਦੇ ਨੇ। ਤਿਆਰ ਬਰ ਤਿਆਰ ਫੌਜਾਂ ਜੰਗੀ ਯੋਧਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੂਣ ਦੇ ਇਲਾਕੇ ਵਿੱਚ ਪਹਾੜ ਦੀ ਤਰਾਈ ਵਿੱਚ ਸ਼ਿਕਾਰ ਖੇਡਦੇ ਨੇ। ਨਦੀ ਉਰੈ ਕਬ ਜਾਵੈ ਪਾਰ। ਕਦੀ ਨਦੀ ਜਮਨਾ ਦੇ ਉਰਲੇ ਪਾਸੇ ਸ਼ਿਕਾਰ ਖੇਡਦੇ ਨੇ, ਕਦੀ ਸਤਿਗੁਰੂ ਨਦੀ ਜਮਨਾ ਤੋਂ ਪਾਰ ਵੀ ਬੇੜੀ 'ਚ ਬਹਿ ਕੇ ਸਣੇ ਘੋੜਿਆਂ ਦੇ ਬੇੜਿਆਂ 'ਚ ਬਹਿ ਕੇ ਪਾਰ ਹੋ ਜਾਂਦੇ ਨੇ। ਉੱਧਰ ਜਾ ਕੇ ਸ਼ਿਕਾਰ ਖੇਡਦੇ ਨੇ। ਸੇਵਾ ਹਰੀ ਸ਼ਾਹ ਫਤਿਹ ਨਰੇਸ਼। ਉਹਨਾਂ ਦਿਨਾਂ ਦੀ ਗੱਲ ਹੈ, ਫਤਿਹ ਸ਼ਾਹ ਗੜਵਾਲ ਦਾ ਰਾਜਾ। 2 ਸ੍ਰੀਨਗਰ ਨੇ, ਇੱਕ ਜੰਮੂ ਕਸ਼ਮੀਰ ਵਿੱਚ ਉੱਪਰ ਜਾਓ ਤੇ ਸ੍ਰੀਨਗਰ ਹੈ, ਇੱਕ ਹੇਮਕੁੰਟ ਸਾਹਿਬ ਨੂੰ ਜਾਓ ਤੇ ਰਸਤੇ 'ਚ ਸ੍ਰੀਨਗਰ ਆਉਂਦਾ ਹੈ। ਜਿਹੜਾ ਹੇਮਕੁੰਟ ਸਾਹਿਬ ਦੇ ਰਸਤੇ ਦਾ ਸ੍ਰੀਨਗਰ ਹੈ ਉਹ ਗੜਵਾਲ ਰਾਜੇ ਦਾ, ਫਤਿਹ ਸ਼ਾਹ ਦੀ ਰਾਜਧਾਨੀ ਹੈ। ਫਤਿਹ ਸ਼ਾਹ ਰਾਜਾ ਭੀਮ ਚੰਦ ਦਾ ਕੁੜਮ ਸੀ। ਭੀਮ ਚੰਦ ਨੇ ਉਹਨੂੰ ਉਕਸਾਇਆ ਤੇ 10ਵੇਂ ਪਾਤਸ਼ਾਹ ਦਾ ਵਿਰੋਧੀ ਬਣ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਬਚਿੱਤਰ ਨਾਟਕ ਵਿੱਚ ਲਿਖਿਆ ਹੈ, ਫਤਿਹ ਸ਼ਾਹ ਕੋਪਾ ਤਬ ਰਾਜਾ। ਕੋਪਾ ਮੈਨੇ ਗੁੱਸੇ 'ਚ ਆ ਗਿਆ, ਸਾਡਾ ਵੈਰੀ ਬਣ ਗਿਆ। ਫਤਿਹ ਸ਼ਾਹ ਕੋਪਾ ਤਬ ਰਾਜਾ, ਲੋ ਪਰਾ ਹਮਸੋਂ ਬਿਨ ਕਾਜਾ। ਬਿਨਾਂ ਕੰਮ ਦੇ ਬਿਨਾਂ ਮਤਲਬ ਦੇ ਸਾਡਾ ਵੈਰੀ ਬਣ ਗਿਆ। ਕੋਪਿਓ ਸੰਗ ਗੁਰੂ ਦਸ਼ਮੇਸ਼। 10ਵੇਂ ਪਾਤਸ਼ਾਹ ਨਾਲ ਨਾਰਾਜ਼ ਹੋ ਗਿਆ। ਰਾਜੇ ਭੀਮ ਚੰਦ ਦੇ ਆਖੇ ਲੱਗ ਕੇ ਦੋਹਰਾ ਸਾਰ ਮੋਰ ਕੇ ਦੇਸ ਮੈਂ ਸ੍ਰੀ ਗੁਰ ਕਾ ਪ੍ਰਤਾਪ। ਤੇ ਜਿਹੜਾ ਨਾਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਇਸ ਰਾਜ ਨੂੰ ਕਹਿੰਦੇ ਸੀ ਸਾਰਮੋਰ। ਇਸ ਇਲਾਕੇ ਦਾ ਨਾਂ ਸੀ ਸਾਰਮੋਰ। ਨਾਨ ਉੱਥੋਂ ਦੀ ਰਾਜਧਾਨੀ ਸੀ ਸਾਰਮੋਰ ਦੇਸ਼ ਦੀ। ਪਰਲੇ ਪਾਸੇ ਸੀ ਗੜਵਾਲ, ਉਹਦੀ ਰਾਜਧਾਨੀ ਸੀ ਸ੍ਰੀਨਗਰ।
ਜਿਹੜਾ ਅਨਸਾਰ-ਮੋਰ ਦਾ ਦੇਸ਼ ਸੀ, ਰਾਜੇ ਫਤਿਹ ਮੇਦਨੀ ਪ੍ਰਕਾਸ਼ ਦਾ। ਰਾਜਾ ਮੇਦਨੀ ਪ੍ਰਕਾਸ਼ ਗੁਰੂ ਕਾ ਸੇਵਕ ਸੀ, ਮਹਾਰਾਜ ਉੱਤੇ ਬੜੀ ਸ਼ਰਧਾ ਰੱਖਦਾ ਸੀ। ਮਹਾਰਾਜ ਨੂੰ ਪਾਉਂਟਾ ਸਾਹਿਬ ਉਹਨੇ ਹੀ ਵਸਾ ਕੇ ਜਗ੍ਹਾ ਦਿੱਤੀ ਸੀ ਵੀ ਇੱਥੇ ਨਾ ਆਪ ਜੀ ਨਗਰ ਵਸਾ ਲਓ, ਅਤੇ ਮਹਾਰਾਜ ਨੂੰ ਲੈ ਕੇ ਗਿਆ ਸੀ। ਉਸ ਇਲਾਕੇ ਵਿੱਚ ਸਾਰ-ਮੋਰ ਦੇ ਨਾਣ ਦੇ ਇਲਾਕੇ 'ਚ, ਪਾਉਂਟਾ ਸਾਹਿਬ ਦੇ ਇਲਾਕੇ 'ਚ 10ਵੇਂ ਪਾਤਸ਼ਾਹ ਦਾ ਬੜਾ ਪ੍ਰਤਾਪ ਸੀ। ਬੜਿਓ ਦੇਖ ਗੜਵਾਲੀਆ ਸਹਿ ਨ ਸਕਿਓ ਸੋ ਆਪ। ਤੇ ਰਾਜਾ ਫਤਿਹ ਸ਼ਾਹ ਗੜਵਾਲੀਆ ਜਿਹੜਾ ਸੀ ਉਹ ਬਾਬੇ ਰਾਮ ਰਾਏ ਦਾ ਵੀ ਉਪਾਸ਼ਕ ਸੀਗਾ। ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਤਾਪ ਵੱਧਦਾ ਵੇਖ ਕੇ ਜਰ ਨਹੀਂ ਸਕਿਆ, ਤੇ ਗੁਰਬਖਸ਼ ਵਰਗੇ ਬੰਦਿਆਂ ਨੇ ਉਹਨੂੰ ਹੋਰ ਚੁੱਕਿਆ। ਗੁਰੂ ਘਰ ਦੇ ਨਾਲ ਵਿਰੋਧ ਵਧਾ ਦਿੱਤਾ, ਦੁਸ਼ਮਣੀ ਵਧਾ ਦਿੱਤੀ। ਰਾਜਾ ਫਤਿਹ ਸ਼ਾਹ ਗੁਰੂ ਸਾਹਿਬ ਦੀ ਮਹਿਮਾ ਦੇਖ ਕੇ ਜਰ ਨਹੀਂ ਸਕਿਆ। 17 ਸੈਪੈ ਤਾਲ ਮੈਂ ਚੜ ਆਏ ਨਰੇਸ਼। 1745 ਬਿਕਰਮੀ ਦੇ ਵਿੱਚ ਸਾਧ ਸੰਗਤ ਜੀ ਫਤਿਹ ਸ਼ਾਹ ਰਾਜਾ 22 ਧਾਰਦਿਆਂ ਰਾਜਿਆਂ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 10ਵੇਂ ਪਾਤਸ਼ਾਹ ਨਾਲ ਯੁੱਧ ਕਰਨ ਲਈ ਆ ਗਿਆ। ਅਸ਼ਵਨ ਮਾਸ ਕੀ 18ਵੀਂ ਉੱਪਰ ਸ਼੍ਰੀ ਦਸ਼ਮੇਸ਼। ਆਸੂ ਦੇ ਮਹੀਨੇ ਦੀ 18 ਤਰੀਕ ਸੀ, ਤੇ ਸਾਧ ਸੰਗਤ ਜੀ ਸੰਮਤ 1745 ਬਿਕਰਮੀ ਨੂੰ ਇਹ ਦੁਸ਼ਮਣ ਫੌਜਾਂ ਲੈ ਕੇ ਆ ਗਏ। ਚੌਪਈ ਸੂਹੀਏ ਖਬਰ ਪਹੁੰਚਾਈ ਸਾਰੀ। ਸਾਧ ਸੰਗਤ ਜੀ ਸੂਹੀਏ ਨੇ ਆ ਕੇ ਮਹਾਰਾਜ ਨੂੰ ਖਬਰ ਦਿੱਤੀ। ਪਹਿਲਾਂ ਹੀ ਸਤਿਗੁਰਾਂ ਨੂੰ ਪਤਾ ਲੱਗ ਗਿਆ ਵੀ ਰਾਜਿਆਂ ਦੀ ਫੌਜ ਚੜ੍ਹ ਕੇ ਆ ਰਹੀ ਹੈ। ਚੜਿਓ ਦਲ ਰਾਜਨ ਕੂ ਭਾਰੀ। ਰਾਜਿਆਂ ਦੀ 22 ਧਾਰ ਦੇ ਰਾਜਿਆਂ ਦੀ ਫੌਜ 10ਵੇਂ ਪਾਤਸ਼ਾਹ ਨਾਲ ਯੁੱਧ ਕਰਨ ਲਈ ਆ ਰਹੀ ਹੈ। ਮੰਨੀਏ ਸਹਿਤ ਨਾਮੀ ਸਿੱਖ ਜੇਤੇ। ਉਸ ਵੇਲੇ ਭਾਈ ਮਨੀ ਸਿੰਘ ਜੀ ਵਰਗੇ ਜਿਹੜੇ ਨਾਮੀ ਸਿੱਖ ਸਨ ਗੁਰੂ ਸਾਹਿਬ ਦੇ ਕੋਲ, ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ ਤੇ ਗੁਲਾਬ ਰਾਏ, ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੱਕੀ ਭੂਆ ਦੇ ਪੁੱਤਰ ਸਨ, ਬੀਬੀ ਬੀਰੋ ਦੇ। ਗੁਰੂ ਹਰਗੋਬਿੰਦ ਸਾਹਿਬ ਦੇ ਦੋਤੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਸਨ। ਇਸ ਕਰਕੇ ਇਹਨਾਂ ਨੂੰ ਗੁਰੂ ਕੇ ਭਾਣਜੇ ਕਿਹਾ ਜਾਂਦਾ। ਸਭ ਤੋਂ ਵੱਡਾ ਸੰਗੋ ਸ਼ਾਹ, ਜੀਤ ਮੱਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ ਤੇ ਇੱਕ ਪੰਡਿਤ ਦਇਆ ਰਾਮ ਜੀ ਸਨ, ਜੋ ਜਾਤੀ ਮਲਕ ਦੇ ਪੋਤਰੇ ਸਨ ਤੇ ਗੁਰੂ 6ਵੇਂ ਪਾਤਸ਼ਾਹ ਤੋਂ ਲੈ ਕੇ ਵੱਡਿਆਂ ਤੋਂ ਹੀ ਇਸ ਕੁੱਲ ਦੇ ਪੁਰੋਹਿਤ ਸਨ। ਬੜੇ ਬਲੀ ਯੋਧੇ ਸਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਹੋਰ ਵੀ ਸਿੱਖ ਯੋਧੇ ਨਾਲ ਲੈ ਕੇ ਰਾਖੇ ਸਭ ਤਕੜਾਈ ਹੇਤੇ। ਮਹਾਰਾਜ ਨੇ ਤਕੜਾਈ ਵਾਸਤੇ, ਜੰਗ ਵਾਸਤੇ ਤਿਆਰ ਕਰ ਦਿੱਤੇ। ਦਇਆ ਰਾਮ ਅਰ ਊਦਾ ਮਾਨਾ। ਭਾਈ ਦਇਆ ਰਾਮ ਪੁਰੋਹਿਤ, ਭਾਈ ਊਦਾ ਤੇ ਭਾਈ ਮਾਨਾ, ਜਿਨ੍ਹਾਂ ਨੂੰ ਬਾਅਦ ਵਿੱਚ ਭਾਈ ਮਾਨ ਸਿੰਘ, ਨਿਹੰਗ ਸਿੰਘ ਕਰਕੇ ਜਾਣਿਆ ਜਾਂਦਾ। ਉਦੋਂ ਇਹਨਾਂ ਦਾ ਨਾਮ ਮਾਨ ਚੰਦ ਸੀ, ਮਨੀ ਸਿੰਘ ਦੇ ਸਕੇ ਭਰਾ ਸਨ। ਇਹ ਵੀ ਲੜਾਈ ਵਾਸਤੇ ਤਿਆਰ ਹੋ ਗਏ। ਜੈਤਾ ਜੇਠਾ ਚੰਦਨ ਦਾਨਾ। ਭਾਈ ਜੈਤਾ, ਭਾਈ ਜੇਠਾ, ਭਾਈ ਚੰਦਨ, ਭਾਈ ਦਾਨ ਚੰਦ, ਇਹ ਸਾਰੇ ਸੂਰਮੇ ਲੜਾਈ ਲਈ ਤਿਆਰ ਹੋਏ। ਉਦਾਸੀਆਂ ਦਾ ਮਹੰਤ ਕਿਰਪਾਲ ਚੰਦ, ਉਹ ਵੀ ਉੱਥੇ ਪਹੁੰਚ ਗਿਆ। ਮਾਮਾ ਕਿਰਪਾਲ ਚੰਦ ਵੀ ਲੜਾਈ ਵਾਸਤੇ ਪਹੁੰਚ ਗਏ। ਧਰਮਾ ਜਾਟ ਬਚਿੱਤਰ ਰਾਏ। ਧਰਮਾ ਜੱਟ ਤੇ ਬਚਿੱਤਰ ਰਾਏ ਭਾਈ ਮਨੀ ਸਿੰਘ ਦਾ ਪੁੱਤਰ। ਸਾਹਿਬ ਚੰਦ ਕੋਪਿਓ ਬਹੁ ਆਏ। ਅਤੇ ਸਾਹਿਬ ਚੰਦ ਬੜਾ ਯੋਧਾ ਸੀ ਗੁਰੂ ਦੀ ਫੌਜ ਦਾ, ਉਹ ਵੀ ਉੱਥੇ ਪਹੁੰਚ ਗਿਆ ਲੜਾਈ ਵਾਸਤੇ। ਮਰੇ ਅਨੇਕਾ ਭਗੀ ਸਿਪਾਹੀ। ਉੱਥੇ ਬੜਾ ਜੰਗ ਹੋਇਆ। 10ਵੇਂ ਪਾਤਸ਼ਾਹ ਦੀ ਭੂਆ ਦੇ 2 ਪੁੱਤਰ ਸੰਗੋ ਸ਼ਾਹ ਤੇ ਜੀਤ ਮੱਲ ਉਸ ਲੜਾਈ 'ਚ ਸ਼ਹੀਦ ਹੋ ਗਏ। ਅਤੇ ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਦੇ 2 ਪੁੱਤਰ ਅਤੇ ਉਹਦੀ 700 ਮੁਰੀਦ ਵੀ ਉੱਥੇ ਲੜ ਕੇ ਸ਼ਹੀਦ ਹੋਏ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਰਾਜਾ ਹਰੀ ਚੰਦ 10ਵੇਂ ਪਾਤਸ਼ਾਹ ਨੇ ਤੀਰ ਨਾਲ ਮਾਰਿਆ। ਹਰੀ ਚੰਦ ਮਾਰੇ ਸੋ ਜੋਧਾ ਲਤਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਜਿੱਤ ਹੋ ਗਈ। ਪਹਾੜੀ ਰਾਜੇ ਜੰਗ 'ਚੋਂ ਭੱਜ ਗਏ। ਭਈ ਜੀਤ ਪ੍ਰਥਮ ਇਹ ਆਹੇ। ਇਹ ਗੁਰੂ 10ਵੇਂ ਪਾਤਸ਼ਾਹ ਦੀ ਲਾਈਫ ਦਾ, ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਜੰਗ ਸੀ, ਭੰਗਾਣੀ ਦਾ ਜੰਗ। ਇਹਦੇ 'ਚ ਪਹਿਲੀ ਜਿੱਤ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦੀ ਹੋਈ। ਬਚਿੱਤਰ ਨਾਟਕ ਵਿੱਚ ਗੁਰੂ ਸਾਹਿਬ ਲਿਖਦੇ ਆ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ। ਮੇਰੀ ਜਿੱਤ ਹੋਈ ਅਕਾਲ ਪੁਰਖ ਦੀ ਕਿਰਪਾ ਨਾਲ। ਸਿੰਘਾਂ ਨੇ ਆਖਿਆ ਮਹਾਰਾਜ ਤੁਹਾਨੂੰ ਵਧਾਈ ਹੋਵੇ, ਤੁਹਾਡੀ ਜਿੱਤ ਹੋਈ ਹੈ। ਮਹਾਰਾਜ ਕਹਿੰਦੇ ਜਿੱਤ ਮੇਰੀ ਹੋਈ ਹੈ, ਪਰ ਕਿਰਪਾ ਪਰਮੇਸ਼ਰ ਦੀ ਨਾਲ ਹੋਈ, ਉਹਦੀ ਕਿਰਪਾ ਨਾਲ। ਉਦੋਂ ਹੀ ਮਹਾਰਾਜ ਨੇ ਇਹ ਸਾਨੂੰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵੀ ਖਾਲਸਾ ਵੀ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਆਪਣਾ ਨਹੀਂ ਕੁਝ ਵੀ ਕਹਿਣਾ। ਅਸੀਂ ਕੋਈ ਵੀ ਕੰਮ ਕਰਨਾ ਪਰਮੇਸ਼ਰ ਨੂੰ ਹੀ ਸੌਂਪ ਦੇਣਾ। ਇਹ ਸਿਧਾਂਤ ਹੈ, ਮੈਂ ਨਹੀਂ ਕਰਤਾ। ਜਬ ਇਹ ਜਾਣੈ ਮੈਂ ਕਿਸ ਕਰਤਾ, ਤਬ ਲਗ ਗਰਭ ਚੋਣ ਮੈਂ ਫਿਰਦਾ। ਜਿੰਨਾ ਚਿਰ ਬੰਦਾ ਸਮਝਦਾ ਮੈਂ ਕੁਝ ਕਰਦਾ, ਉਹਨਾਂ ਚਿਰ 84 'ਚ ਗੇੜੇ ਕੱਟੀ ਜਾਏਗਾ। ਜਦੋਂ ਸਮਝ ਲੈ ਵੀ ਸਾਰਾ ਕੁਝ ਕਰਨ ਵਾਲਾ ਪਰਮੇਸ਼ਰ ਹੀ ਹੈ, ਮੈਂ ਕੁਛ ਵੀ ਨਹੀਂ ਹਾਂ, ਉਦੋਂ ਉਹਦੀ ਹਰ ਮੈਦਾਨ ਫਤਿਹ ਹੋ ਜਾਂਦੀ। ਸੋ ਇਹ ਸੱਚੇ ਪਾਤਸ਼ਾਹ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ। ਹਾਂਜੀ, ਮਚਿਓ ਜੈ ਇਹ ਘੋਰ ਸੰਗਰਾਮਾ। ਬੜਾ ਘਮਸਾਣ ਦਾ ਯੁੱਧ ਇਹ ਸਾਧ ਸੰਗਤ ਜੀ ਭੰਗਾਣੀ ਵਿਖੇ ਹੋਇਆ ਹੈ। ਜਮਨਾ ਤੀਰ ਭੰਗਾਣੀ ਨਾਮਾ। ਇਸ ਜਗ੍ਹਾ ਦਾ ਨਾਮ ਭੰਗਾਣੀ ਹੈ। ਭੰਗਾਣੀ ਸਾਹਿਬ ਕਹਿੰਦੇ ਨੇ ਜਮਨਾ ਤੇ ਗਿਰੀ ਨਦੀ ਦੇ ਵਿਚਕਾਰ ਕਰਕੇ ਇੱਕ ਛੋਟਾ ਜਿਹਾ ਪਿੰਡ ਹੈ ਭੰਗਾਣੀ, ਉੱਥੇ ਯੁੱਧ ਹੋਇਆ। ਭੰਗਾਣੀ ਦਾ ਮੈਦਾਨ, ਇਹਦੇ 'ਚ ਬੜੇ ਬੜੇ ਸੂਰਮੇ। ਭਾਈ ਮਨੀ ਸਿੰਘ ਦਾ ਵੱਡਾ ਭਰਾ ਜੇਠਾ ਇਸ ਲੜਾਈ 'ਚ ਇੱਥੇ ਸ਼ਹੀਦੀ ਪਾ ਗਿਆ। ਨਦੀ ਗਿਰੀ ਕਾ ਸੰਗਮ ਜਾਹੇ। ਸਾਧ ਸੰਗਤ ਜੀ, ਨਦੀ ਗਿਰੀ ਤੇ ਨਦੀ ਜਮਨਾ ਇੱਥੇ ਇਕੱਠੀਆਂ ਹੁੰਦੀਆਂ ਨੇ। ਡੇਢ ਜਾਮ ਭੇੜਾ ਭਇਓ ਤਾਹੇ। ਇੱਥੇ ਲਗਭਗ 1.5 ਪੈਰ ਲੜਾਈ ਹੋਈ। 1.5 ਪੈਰ ਦਾ ਮਤਲਬ ਵੀ 4.5-5 ਘੰਟੇ ਲੜਾਈ ਹੋਈ, ਬੜੀ ਡਟ ਕੇ। ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਨੇ ਗੁਰੂ ਮਹਾਰਾਜ ਕੋਲ 500 ਪਠਾਨ ਦਾਮਲੇ ਪਿੰਡ ਦੇ ਨੌਕਰ ਰਖਾਏ ਸਨ। ਐਨ ਲੜਾਈ ਤੋਂ 2-4 ਦਿਨ ਪਹਿਲਾਂ ਨੌਕਰੀ ਛੱਡ ਕੇ ਭੱਜ ਗਏ। ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਾ, ਉਹ 700 ਮੁਰੀਦ ਲੈ ਕੇ ਉੱਥੇ ਪਹੁੰਚਿਆ। ਮੁਸਲਮਾਨ ਪੀਰ ਸੀਗਾ ਸਢੌਰੇ ਦਾ। 10ਵੇਂ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝਦਾ ਸੀ, ਬੜਾ ਨਿਸ਼ਚਾ ਤੇ ਭਰੋਸਾ ਰੱਖਦਾ ਸੀ ਗੁਰੂ ਸਾਹਿਬ ਉੱਤੇ। ਉਸ ਨੇ ਆਪਣੇ ਪੁੱਤਰ ਪੋਤਰੇ ਸਾਰਾ ਪਰਿਵਾਰ ਹੀ ਢਾਹ ਦਿੱਤਾ ਜੰਗ ਦੇ ਮੈਦਾਨ ਵਿੱਚ, ਤੇ ਆਪਣੇ ਮੁਰੀਦਾਂ ਸਮੇਤ ਖੁਦ ਲੜਾਈ 'ਚ ਲੜਿਆ। ਪੀਰ ਬੁੱਧੂ ਸ਼ਾਹ ਦੇ ਉੱਥੇ 2 ਪੁੱਤਰ ਵੀ ਜੰਗ 'ਚ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਮੁਰੀਦ ਵੀ ਸ਼ਹੀਦ ਹੋ ਗਏ। ਹਾਂਜੀ, ਸੇਵਾ ਹਰੀ ਜੀਤ ਘਰ ਆਏ। ਭਾਈ ਸੇਵਾ ਸਿੰਘ ਜੀ ਲਿਖਦੇ ਆ, ਜੰਗ ਜਿੱਤ ਗਏ ਤੇ ਗੁਰੂ ਸਾਹਿਬ ਜੰਗ ਜਿੱਤ ਕੇ ਘਰ ਪੌਂਟੇ ਸਾਹਿਬ ਆਏ। ਇੱਧਰ ਜਦੋਂ ਘਰ ਪਰਤੇ ਤੇ ਅੱਗੋਂ ਦੂਜੀ ਖੁਸ਼ੀ ਮਿਲ ਗਈ। ਸਾਹਿਬ ਸਿੱਖਾਂ ਨੇ ਆਖਿਆ, ਮਹਾਰਾਜ ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਦਾ ਜਨਮ ਹੋਇਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਤੇ ਨਾਮ ਮਹਾਰਾਜ ਨੇ ਰੱਖ ਦਿੱਤਾ ਅਜੀਤ ਸਿੰਘ। ਹਾਂਜੀ, ਭਾਂਤ ਭਾਂਤ ਬਾਜਨ ਬਜਵਾਏ। ਭਾਂਤ ਭਾਂਤ ਦੇ ਵਾਜੇ ਖੁਸ਼ੀਆਂ ਦੇ ਵੱਜੇ ਨੇ ਪੌਂਟਾ ਸਾਹਿਬ ਦੀ ਧਰਤੀ ਤੇ। ਆ ਭੰਗਾਣੀ ਦਾ ਜੰਗ ਜਿੱਤ ਕੇ 10ਵੇਂ ਪਾਤਸ਼ਾਹ ਮਹਾਰਾਜ ਪਰਤੇ ਹਨ। ਦੋਹਰਾ ਏਕ ਮਾਸ ਗੋਬਿੰਦ ਗੁਰ ਰਹੇ ਪਾਵਟੇ ਮਾਹੇ। ਜੰਗ ਜੀਤ ਕੇ ਮਹਾਰਾਜ 1 ਮਹੀਨਾ ਹੀ ਪੌਂਟਾ ਸਾਹਿਬ ਰਹੇ, ਉਸ ਤੋਂ ਜ਼ਿਆਦਾ ਨਹੀਂ। ਮਹੀਨਾ ਭਰ ਉੱਥੇ ਮਹਾਰਾਜ ਟਿਕੇ ਹਨ ਪੌਂਟੇ ਸਾਹਿਬ। ਸੰਤਨ ਕੀ ਰੱਛਿਆ ਕਰੀ ਦੁਸ਼ਟ ਸੰਘਾਰੇ ਤਾਹੇ। ਸੰਤਾਂ ਦੀ, ਭਗਤਾਂ ਦੀ, ਗੁਰਮੁਖਾਂ ਦੀ ਰੱਖਿਆ ਕੀਤੀ ਹੈ, ਦੁਸ਼ਟਾਂ ਦਾ ਨਾਸ ਕੀਤਾ ਸੱਚੇ ਪਾਤਸ਼ਾਹ ਜੀ ਨੇ। ਸ਼ਹਿਰ ਪਾਵਟਾ ਛੋਰ ਗੁਰ ਆਏ ਮੁਚਨ ਕਪਾਲ। ਫਿਰ ਮਹਾਰਾਜ ਪੌਂਟੇ ਸਾਹਿਬ ਤੋਂ ਚੱਲ ਪਏ। ਪੌਂਟੇ ਸਾਹਿਬ ਤੋਂ ਚੱਲ ਕੇ ਕਪਾਲ ਮੋਚਨ ਆਏ, ਜਿੱਥੇ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ। ਅੱਜ ਵੀ ਉੱਥੇ ਗੋਪਾਲ ਮੋਚਨ ਮੇਲਾ ਲੱਗਦਾ ਹੈ ਕੱਤਕ ਦੀ ਪੂਰਨਮਾਸ਼ੀ ਦਾ। 10 ਲੱਖ ਤੋਂ ਜ਼ਿਆਦਾ ਸੰਗਤ ਪਹੁੰਚਦੀ। ਹਿੰਦੂਆਂ ਦਾ ਤੀਰਥ ਹੈ ਪੁਰਾਤਨ। ਉੱਥੇ ਭਗਵਾਨ ਸ਼ਿਵ ਜੀ ਦੇ ਹੱਥ ਨੂੰ ਲੱਗੀ ਹੋਈ ਕਪਾਲੀ ਖੋਪਰੀ ਜਿਹੜੀ ਬ੍ਰਹਮਾ ਦੀ ਸੀ, ਉੱਥੇ ਉਤਰੀ ਸੀ। ਤੇ ਦੂਜਾ, ਜਦੋਂ ਪਾਂਡਵਾਂ ਨੇ ਜੰਗ ਦੇ ਬਾਅਦ ਆਪਣੇ ਸ਼ਸਤਰ ਧੋਤੇ ਸਨ, ਉੱਥੇ ਆ ਕੇ ਉਹਨੂੰ ਰਿਣ ਮੋਚਨ ਕਹਿੰਦੇ। 2 ਸਰੋਵਰ ਨਾਲ ਨਾਲ ਆ। 2 ਸਰੋਵਰਾਂ ਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਇੱਕੋ ਹੀ ਵਿਹੜੇ ਵਿੱਚ। 2 ਪਾਤਸ਼ਾਹੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਪਟਾ ਲਿਖ ਕੇ ਦਿੱਤਾ ਹੋਇਆ, ਉਹਨਾਂ ਨੇ ਰੱਖਿਆ, ਦਰਸ਼ਨ ਕਰਾਉਂਦੇ ਨੇ। ਉੱਥੋਂ ਦੇ ਪੁਰੋਹਿਤ ਮਹਾਰਾਜ 10ਵੇਂ ਪਾਤਸ਼ਾਹ ਦੀ ਮੋਹਰ ਲੱਗੀ ਹੋਈ ਹੈ, ਪਟੇ 'ਤੇ ਲਿਖਿਆ ਹੋਇਆ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ। ਤੇਗ ਬਹਾਦਰ ਸਿਮਰਿਆ ਤੱਕ ਪੂਰੀ ਪੌੜੀ ਲਿਖ ਕੇ ਅੱਗੇ ਉਸ ਪੁਰੋਹਿਤ ਦਾ ਨਾਮ ਲਿਖਿਆ ਹੋਇਆ ਕਿ ਇਹ ਸਾਡੇ ਸੇਵਕ ਹਨ, ਇਹਨਾਂ ਨੇ ਸਾਡੀ ਸੇਵਾ ਕੀਤੀ ਹੈ। ਜਿਹੜਾ ਇਹਨਾਂ ਨੂੰ ਦਰਸ਼ਨ ਦੇਵੇ, ਕੋਈ ਦਰਸ਼ਨ ਭੇਟਾ, ਉਹ ਫਿਰ ਸੇਵਾ ਕਰਦੇ ਸੀ ਗੁਰਦੁਆਰੇ ਦੀ।
ਬਾਅਦ ਵਿੱਚ ਸਾਧ ਸੰਗਤ ਜੀ ਗੁਰਸਿੱਖਾਂ ਨੇ ਕਮੇਟੀ ਬਣਾ ਲਈ, ਗੁਰੂ ਘਰ ਬਣ ਗਿਆ ਬਹੁਤ ਸੁੰਦਰ। ਹੁਣ ਤਾਂ ਬਾਬਾ ਜੀ ਨੇ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਬਣਾਇਆ, ਸਰੋਵਰ ਬਣੇ ਨੇ, ਇਤਿਹਾਸਕ ਸਥਾਨ ਹੈ ਗੁਰਦੁਆਰਾ ਕਪਾਲ ਮੋਚਨ ਸਾਹਿਬ। ਅਤੇ ਉੱਥੇ 10ਵੇਂ ਪਾਤਸ਼ਾਹ ਜੀ ਮਹਾਰਾਜ ਪੌਂਟਾ ਸਾਹਿਬ ਤੋਂ ਚੱਲ ਕੇ ਆਏ ਨੇ। ਹਾਂਜੀ, ਪੂਰਬ ਮਨਾਏ ਆਗੇ ਚਲੇ ਮਾਤਾ ਗੁਜਰੀ ਲਾਲ। ਤੇ ਉੱਥੋਂ ਫਿਰ ਮਹਾਰਾਜ ਸਾਹਿਬ ਜੀ ਅੱਗੇ ਨੂੰ ਚੱਲ ਪਏ ਨੇ। ਚੌਪਈ ਕਹਿਲੂਰ ਦੇਸ ਗੁਰ ਪਹੁੰਚੇ ਜਾਈ। ਰਸਤੇ ਵਿੱਚ ਕਈ ਪਿੰਡਾਂ 'ਚ ਨਾਢਾ ਸਾਹਿਬ, ਟੋਡਾ ਸਾਹਿਬ, ਮਾਣਕ ਟੱਬਰਾ ਤੇ ਇਸੇ ਤਰ੍ਹਾਂ ਢਕੌਲੀ ਜੀਰਕਪੁਰ ਦੇ ਲਾਗੇ ਚੰਡੀਗੜ੍ਹ ਦੇ ਕੋਲ ਹੈ। ਹੋਰ ਕਈ ਨਗਰਾਂ ਤੋਂ ਹੁੰਦੇ ਗੁਰੂ ਜੀ ਵਾਪਸ ਆਨੰਦਪੁਰ ਸਾਹਿਬ ਪਹੁੰਚ ਗਏ। ਜੁਧ ਜੀਤ ਆਏ ਜਬੈ ਟਿਕੇ ਨ ਤਿੰਨ ਪੁਰ ਪਾਮ, ਕਹਾ ਲੂਰ ਮੇ ਬਾਂਧਿਓ ਆਨ ਆਨੰਦਪੁਰ ਗਾਮ। ਸ੍ਰੀ ਆਨੰਦਪੁਰ ਸਾਹਿਬ ਦੁਬਾਰਾ ਆ ਕੇ ਗੁਰੂ ਸਾਹਿਬ ਜੀ ਨੇ ਰੌਣਕਾਂ ਲਾ ਦਿੱਤੀਆਂ। ਮਨੀਏ ਕੀ ਕਹੂੰ ਕਥਾ ਸੁਣਾਈ। ਭਾਈ ਸਾਹਿਬ ਮਨੀ ਸਿੰਘ ਜੀ ਦੀ ਕਥਾ ਚੱਲ ਰਹੀ ਹੈ। ਭਾਈ ਮਨੀ ਸਿੰਘ ਨਾਲ ਹੀ ਗੁਰੂ ਸਾਹਿਬ ਦੇ ਆਏ ਹਨ। ਸੇਵਾ ਕਰੈ ਆਲਸ ਤੂੰ ਤਿਆਗੈ। ਸੇਵਾ ਕਰਦੇ ਨੇ, ਆਲਸ ਨਹੀਂ ਕਰਦੇ। ਬੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ 2:30-3 ਵਜੇ, ਫਿਰ ਨਿਤਨੇਮ, ਬਾਣੀ, ਸੇਵਾ, ਸਿਮਰਨ, ਸਾਰਾ ਦਿਨ ਹੀ ਸੇਵਾ 'ਚ ਲੱਗੇ ਰਹਿੰਦੇ ਨੇ। ਸਵਾ ਪਹਿਰ ਨਿਸ ਰਹਿੰਦੀ ਜਾਗੈ। ਸਵਾ ਪਹਿਰ ਰਾਤ ਰਹਿੰਦੀ ਜਾਗ ਪੈਂਦੇ। 2-2:30 ਵਜੇ ਉੱਠ ਪੈਂਦੇ ਭਾਈ ਮਨੀ ਸਿੰਘ ਜੀ। ਨਿਤ ਪ੍ਰਤ ਮਨੀਆਂ ਮੱਜਨ ਕਰੈ। ਨਿਤ ਪ੍ਰਤੀ ਭਾਈ ਮਨੀ ਸਿੰਘ ਇਸ਼ਨਾਨ ਕਰਦੇ ਹਨ। ਗੁਰੂ ਕੇ ਸਿੱਖ ਨੂੰ ਹੁਕਮ ਹੈ, ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ। ਪਦ ਪੰਕਜ ਗੁਰ ਮਸਤਕ ਧਰੈ। ਤੇ ਮਹਾਰਾਜ ਦੇ ਚਰਨਾਂ ਤੇ ਸੀਸ ਧਰ ਕੇ ਕਲਗੀਧਰ ਪਾਤਸ਼ਾਹ ਨੂੰ ਮੱਥਾ ਟੇਕਦੇ ਹਨ। ਨਿਸ ਦਿਨ ਕਰ ਸਵਾ ਮਨ ਮਾਂਜੇ। ਔਰ ਕਹਿੰਦੇ ਆਪ ਸੇਵਾ ਕਰਕੇ ਨਿਸ ਦਿਨ ਕਰ ਸੇਵਾ ਮਨ ਮਾਂਜੇ। ਸੇਵਾ ਕਰਕੇ ਆਪਣੇ ਮਨ ਨੂੰ ਮਾਂਜਦੇ ਨੇ। ਇਸ਼ਨਾਨ ਕਰਕੇ ਸਰੀਰ ਮਾਂਜਿਆ ਜਾਂਦਾ ਹੈ, ਪਰ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਕਰਕੇ ਮਨ ਮਾਂਜਿਆ ਜਾਂਦਾ ਹੈ। ਭਾਈ ਸਾਹਿਬ ਸੇਵਾ 'ਚ ਲੱਗੇ ਰਹਿੰਦੇ ਨੇ। ਸੇਵਾ ਵਿੱਚ ਮਨ ਪਵਿੱਤਰ ਰਹਿੰਦਾ ਹੈ। ਹਾਂਜੀ, ਅੰਧੇਰੀ ਬੱਦ ਨਾ ਦੇਖੇ ਝਾਂਜੇ। ਨਾ ਦੇਖਦੇ ਹਨੇਰੀ ਹੈ, ਨਾ ਦੇਖਦੇ ਬੱਦਲ ਹੈ, ਤੇ ਨਾ ਦੇਖਦੇ ਝਾਂਜਾ ਹੈ। ਹਨੇਰੀ ਬੱਦਲ ਨਾ ਦੇਖੇ ਝਾਂਜੇ। ਬੱਦਲ ਹੋਵੇ, ਹਨੇਰੀ ਹੋਵੇ, ਤੂਫਾਨ ਹੋਵੇ, ਮੀਂਹ ਕਣੀ ਹੋਵੇ, ਝੱਖੜ ਝਾਂਗੀ ਮੀਂਹੋਂ ਵਰਸੈ। ਭੀ ਗੁਰ ਸਿੱਖ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪੈ ਜਾਈ। ਜਿੰਨਾ ਮਰਜੀ ਮੀਂਹ ਕਣੀ ਹਨੇਰੀ ਝੱਖੜ ਹੋਵੇ, ਭਾਈ ਮਨੀ ਸਿੰਘ ਸੇਵਾ ਨਹੀਂ ਛੱਡਦੇ। ਹਾਂਜੀ, ਸੇਵਾ ਹਰੀ ਜੁੱਧ ਮਹਿ ਆਗੇ। ਭਾਈ ਸੇਵਾ ਸਿੰਘ ਜੀ ਲਿਖਦੇ ਜੰਗ ਦਾ ਸਮਾਂ ਬਣੇ, ਫਿਰ ਭਾਈ ਮਨੀ ਸਿੰਘ ਲੜਾਈ 'ਚ ਵੀ, ਯੁੱਧ 'ਚ ਵੀ ਅੱਗੇ ਹੋ ਕੇ ਲੜਦੇ ਹਨ। ਹੋਏ ਕਾਇਰ ਨਹਿ ਪਿੱਛੇ ਭਾਗੈ। ਬੁੱਝ ਦਿਲਾਂ ਤਰ੍ਹਾਂ, ਡਰਪੋਕਾਂ ਤਰ੍ਹਾਂ, ਕਾਇਰਾਂ ਤਰ੍ਹਾਂ ਲੜਾਈ ਤੋਂ ਪਿੱਛੇ ਨਹੀਂ ਭੱਜਦੇ। ਸਾਧ ਸੰਗਤ ਜੀ ਜੰਗ ਦਾ ਨਾਂ ਲੈਣਾ ਹੀ ਸੌਖਾ ਵਾ। ਜਦੋਂ ਜੰਗ ਦਾ ਨਾਂ ਸਾਹਮਣੇ ਆ ਜਾਂਦਾ ਵੀ ਹੁਣ ਹੋਣਾ, ਤੇ ਫਿਰ ਵੱਡੇ ਸੋਚਾਂ 'ਚ ਪੈ ਜਾਂਦੇ। ਕੌਣ ਮਰਨ ਜਾਂਦਾ ਜੰਗ ਦੇ ਮੈਦਾਨ ਵਿੱਚ? ਉਹ ਹੀ ਜਾ ਸਕਦੇ ਜਿਨ੍ਹਾਂ ਨੇ ਆਤਮ ਗਿਆਨ ਪ੍ਰਾਪਤ ਕੀਤਾ, ਜਿਹੜੇ ਸਰੀਰ ਤੋਂ ਪਰੇ ਉੱਠ ਗਏ ਹਨ। ਭਾਈ ਮਨੀ ਸਿੰਘ ਇਹੋ ਜਿਹੇ ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਮੈਦਾਨੇ ਜੰਗ ਵਿੱਚ ਅੱਗੇ ਹੋ ਕੇ ਲੜਦੇ ਹਨ। ਦੋਹਰਾ ਭੇਜੀ ਪਾਤੀ ਗੁਰੂ ਢਿੱਗ, ਭੀਮ ਚੰਦ ਨਰੇਸ਼। ਮਹਾਰਾਜ ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਸਾਹਿਬ ਰੌਣਕਾਂ ਲੱਗ ਗਈਆਂ। ਕੁਝ ਸਮਾਂ ਬਣਿਆ। ਇੱਕ ਰਾਜਾ ਭੀਮ ਚੰਦ ਦੀ ਚਿੱਠੀ ਆਈ ਹੈ ਗੁਰੂ ਸਾਹਿਬ ਕੋਲ। ਇਹ ਸਤਿਗੁਰ ਰੱਖਿਆ ਕਰੋ, ਚੜ ਆਇਓ ਤੁਰਕੇਸ਼। ਇਹ ਮਹਾਰਾਜ ਮੇਰੀ ਰੱਖਿਆ ਕਰੋ, ਮੇਰੀ ਮਦਦ ਕਰੋ। ਮੇਰੇ ਤੇ ਬਾਦਸ਼ਾਹ ਔਰੰਗਜ਼ੇਬ ਦਾ ਵੱਡਾ ਜਰਨੈਲ ਅਲਫ ਖਾਨ ਆ ਪਿਆ ਹੈ। ਇਹ ਬਚਿੱਤਰ ਨਾਟਕ ਦੇ ਵਿੱਚ ਕਥਾ ਹੁੰਦੀ ਹੈ, ਹੱਥ ਨਦਾਉਣ ਕਾ ਯੁੱਧ। ਬਚਿੱਤਰ ਨਾਟਕ ਗੁਰੂ ਸਾਹਿਬ ਨੇ ਆਪ ਲਿਖਿਆ। ਆਪਣੀ ਲਾਈਫ ਦੀਆਂ ਜਿਹੜੀਆਂ ਮੁੱਢਲੀਆਂ ਕੁਝ ਗੱਲਾਂ ਹਨ, ਆਪਣੇ ਜਨਮ ਤੋਂ ਲੈ ਕੇ ਉਹਦੇ 'ਚ ਮਹਾਰਾਜ ਨੇ ਆਪਣੀ ਜੀਵਨ ਡਾਇਰੀ ਲਿਖੀ ਹੈ। ਭੰਗਾਣੀ ਦਾ ਜੰਗ ਵੀ ਲਿਖਿਆ, ਤੇ ਫਿਰ ਨਦਾਉਣ ਦੇ ਜੰਗ ਬਾਰੇ ਮਹਾਰਾਜ ਲਿਖਦੇ ਹੈ ਕਿ ਮੀਆਂ ਖਾਨ ਜੰਮੂ ਕਹਿ ਆਇਓ, ਅਲਫ ਖਾਨ ਨਦਾਉਣ ਪਠਾਇਓ। ਮੀਆਂ ਖਾਨ ਇੱਕ ਬਾਦਸ਼ਾਹ ਔਰੰਗਜ਼ੇਬ ਦਾ ਜਰਨੈਲ, ਉਹ ਜੰਮੂ ਵੱਲ ਆਇਆ, ਤੇ ਅਲਫ ਖਾਨ ਉਹਦਾ ਇੱਕ ਜੂਨੀਅਰ ਅਫਸਰ ਸੀਗਾ। ਉਹ ਪਹਾੜ ਦੇ ਇਸ ਇਲਾਕੇ ਵਿੱਚ ਜਿਹੜਾ ਨਦਾਉਣ ਦਾ, ਕਹਿਲੂਰ ਦਾ, ਆਨੰਦਪੁਰ ਸਾਹਿਬ ਦਾ ਉੱਪਰਲਾ ਇਲਾਕਾ ਹੈ ਸਾਰਾ,
ਕਟੋਚ, ਕਾਂਗੜ, ਇਹ ਸਾਰੇ ਇਲਾਕੇ ਨੂੰ ਜਿੱਤਣ ਵਾਸਤੇ ਉਹ ਅਲਫ ਖਾਨ ਆਇਆ। ਅਲਫ ਖਾਨ ਕਹਿੰਦਾ ਸੀ ਰਾਜਿਆਂ ਨੂੰ ਵੀ ਤੁਸੀਂ ਟੈਕਸ ਦਿਓ, ਤੇ ਰਾਜਿਆਂ ਕੋਲ ਟੈਕਸ ਹੈ ਨਹੀਂ ਸੀ ਇੰਨਾ ਜਿੰਨਾ ਉਹ ਮੰਗਦਾ ਸੀ। ਇਹਨਾਂ ਰਾਜਿਆਂ ਨੇ ਸਲਾਹ ਕੀਤੀ ਵੀ ਅਸੀਂ ਹੁਣ ਅਲਫ ਖਾਨ ਦੇ ਨਾਲ ਲੜਾਈ ਕਰਾਂਗੇ, ਜੰਗ ਕਰਾਂਗੇ, ਤੇ ਹੋਰ ਕੋਈ ਚਾਰਾ ਨਹੀਂ। ਉਸ ਭੀਮ ਚੰਦ ਨੇ ਜਿਹੜਾ ਗੁਰੂ ਸਾਹਿਬ ਦਾ ਵਿਰੋਧੀ ਸੀ, ਲੋੜ ਪੈਣ ਤੇ ਫਿਰ ਗੁਰੂ ਸਾਹਿਬ ਨਾਲ ਸੁਲ੍ਹਾ ਕਰ ਲਈ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਮੇਰੀ ਮਦਦ ਲਈ ਨਦੌਣ ਆ ਜਾਓ। ਉੱਥੇ 10ਵੇਂ ਪਾਤਸ਼ਾਹ ਲਿਖਦੇ, ਜੁਧ ਕਾਜ ਨਿਰਭ ਹਮੈ ਬੁਲਾਇਓ, ਆਪ ਤਵਨ ਕੀ ਔਰ ਸਿਧਾਇਓ, ਕਿ ਰਾਜਾ ਭੀਮ ਚੰਦ ਨੇ ਯੁੱਧ ਵਾਸਤੇ ਸਾਨੂੰ ਬੁਲਾ ਲਿਆ ਤੇ ਆਪ ਉਹ ਯੁੱਧ ਕਰਨ ਲਈ ਉੱਥੇ ਨਦੌਣ ਦੇ ਮੋਰਚੇ ਤੇ ਪਹੁੰਚ ਗਿਆ। ਹਾਂਜੀ। ਮਨੀ ਸਿੰਘ ਥੀ ਆਦਲੈ ਨਾਮੀ ਨਾਮੀ ਵੀਰ। 10ਵੇਂ ਪਾਤਸ਼ਾਹ ਆਪਣੇ ਨਾਲ 94 ਸਿਆਣੇ ਯੋਧਿਆਂ ਨੂੰ ਲੈ ਕੇ ਭਾਈ ਮਨੀ ਸਿੰਘ, ਦੀਵਾਨ ਆਨੰਦ ਚੰਦ ਅਤੇ ਹੋਰ ਬੜੇ ਚੰਗੇ ਚੰਗੇ ਯੋਧੇ ਲੈ ਕੇ ਪਹੁੰਚੇ ਗੁਰੂ ਨਦੌਣ ਮੈਂ ਲੈ ਸਿੱਖਣ ਕੀ ਭੀਰ। ਮਹਾਰਾਜ 10ਵੇਂ ਪਾਤਸ਼ਾਹ ਨਦੌਣ ਪਹੁੰਚੇ ਨੇ ਰਾਜਾ ਭੀਮ ਚੰਦ ਦੀ ਮਦਦ ਕਰਨ ਵਾਸਤੇ, ਸਿੱਖਾਂ ਦੀ ਫੌਜ ਲੈ ਕੇ। ਚੌਪਈ 1747 ਸਮਾਹੇ। ਸੰਮਤ 1747 ਬਿਕਰਮੀ ਵਿੱਚ ਚੈਤ ਮਾਸ ਕੀ 22 ਆਹੇ। ਚੇਤਰ ਦੀ 22 ਤਰੀਕ ਸੀ। ਫਤਿਹ ਭਈ ਜੀਤ ਘਰ ਆਏ। ਨਦੌਣ ਦਾ ਜੰਗ ਹੋਇਆ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ 7 ਤੀਰ ਚਲਾਏ, 3 ਸੱਜੇ ਪਾਸੇ, 4 ਖੱਬੇ ਪਾਸੇ ਚਲਾਏ, ਤੇ ਫਿਰ ਮਹਾਰਾਜ ਨੇ ਆਪਣੇ ਹੱਥ 'ਚ ਬੰਦੂਕ ਫੜ ਲਈ। ਦਿਆਲ ਚੰਦ ਬਿਜੜਵਾਲੀਆ ਬੜਾ ਆਕੜਿਆ ਹੋਇਆ ਅਲਫ ਖਾਨ ਦੇ ਨਾਲ ਰਲਿਆ ਜਰਨੈਲ ਸੀ। ਗੁਰੂ ਸਾਹਿਬ ਨੇ ਇੱਕੋ ਗੋਲੀ ਨਾਲ ਆਪਣੇ ਹੱਥੀਂ ਦਿਆਲ ਚੰਦ ਨੂੰ ਮਾਰ ਦਿੱਤਾ। ਦਿਆਲ ਚੰਦ ਦੇ ਮਰਨ ਤੋਂ ਬਾਅਦ ਅਲਫ ਖਾਨ ਦੀ ਫੌਜ ਨੂੰ ਭਾਜੜ ਪੈ ਗਈ। ਉਹ ਆਪਣਾ ਲੱਕੜ ਦਾ ਕਿਲ੍ਹਾ ਬਣਾਇਆ ਹੋਇਆ ਸੀ ਉਹਨਾਂ ਨੇ ਪਹਾੜ ਦੇ ਉੱਤੇ, ਉਹ ਕਿਲ੍ਹਾ ਤੋੜ ਕੇ ਛੱਡ ਕੇ ਰਾਤ ਨੂੰ ਚਲੇ ਗਏ। ਸਵੇਰੇ ਜਾ ਕੇ ਦੇਖਿਆ ਤੇ ਉਹਨਾਂ ਦਾ ਕੁਝ ਵੀ ਨਹੀਂ ਲੱਭਾ, ਤੇ ਰਾਜਾ ਭੀਮ ਚੰਦ ਤੇ ਗੁਰੂ ਸਾਹਿਬ ਉੱਥੇ ਜਿੱਤ ਗਏ। ਪਰ ਬਾਅਦ ਵਿੱਚ ਰਾਜੇ ਭੀਮ ਚੰਦ ਨੇ ਉਹਨਾਂ ਦੇ ਨਾਲ ਫੇਰ ਸੁਲ੍ਹਾ ਕਰ ਲਈ। ਮਹਾਰਾਜ ਕਹਿੰਦੇ ਸੰਧ ਇਨੈ ਉਨ ਕੈ ਸੰਗ ਕਈ, ਕਹਿੰਦੇ ਜਦੋਂ ਇਹਨਾਂ ਨੇ ਉਹਨਾਂ ਦੇ ਨਾਲ ਆਪੇ ਵੀ ਸਾਨੂੰ ਬਿਨਾਂ ਪੁੱਛਿਆ ਮੈਂ ਸਲਾਹ ਕਰ ਲਈ ਸੁਲ੍ਹਾ, ਅਸੀਂ ਫਿਰ ਵਾਪਸ ਆ ਗਏ। ਇਹ ਬਚਿੱਤਰ ਨਾਟਕ ਵਿੱਚ ਜ਼ਿਕਰ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਜੰਗ ਵਿੱਚ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਗਏ ਸਨ। ਉਸ ਜੰਗ ਦੀ ਕਥਾ ਬਚਿੱਤਰ ਨਾਟਕ ਵਿੱਚ, ਗੁਰਸੋਭਾ ਵਿੱਚ ਅਤੇ ਹੋਰ ਕਈ ਗ੍ਰੰਥਾਂ 'ਚ ਮਿਲਦੀ ਹੈ। ਅਤੇ ਸਾਧ ਸੰਗਤ ਜੀ ਮਹਾਰਾਜ ਦੀ ਉਹ ਸਾਰੀ ਕਥਾ ਜੇ ਪੜ੍ਹਨੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਾਫੀ ਟਾਈਮ ਲੱਗ ਜਾਂਦਾ, ਵਿਸਥਾਰ ਨਾਲ ਮਿਲ ਸਕਦੀ ਹੈ। ਇੱਥੇ ਆਪਾਂ ਉਹ ਵਿਸਥਾਰ ਨਹੀਂ ਕਰ ਸਕਦੇ, ਕਵੀ ਜੀ ਵੀ ਨਹੀਂ ਕਰ ਰਹੇ। ਭਾਈ ਸੇਵਾ ਸਿੰਘ ਜੀ ਉਹ ਕਹਿੰਦੇ ਨਦੌਣ ਦਾ ਜੰਗ ਜਿੱਤ ਕੇ ਗੁਰੂ ਜੀ ਵਾਪਸ ਆ ਗਏ। ਰਾਜੇ ਆਪਣੇ ਧਾਮ ਸਿਧਾਏ। ਤੇ ਰਾਜੇ ਆਪਣੇ ਘਰ ਨੂੰ ਵਾਪਸ ਆਪੋ ਆਪਣੀਆਂ ਰਿਆਸਤਾਂ ਨੂੰ, ਭੀਮ ਚੰਦ ਅਤੇ ਬਾਕੀ ਕਿਰਪਾਲ ਚੰਦ, ਕਟੋਚੀਆ ਤੇ ਹੋਰ ਰਾਜੇ ਆਪਣੇ ਆਪਣੇ ਸ਼ਹਿਰਾਂ ਨੂੰ ਵਾਪਸ ਪਰਤ ਗਏ। ਕੁਛ ਕਾਲ ਇਸ ਭਾਂਤ ਬਿਤਾਇਓ। ਇਸ ਤਰ੍ਹਾਂ ਕੁਝ ਸਮਾਂ ਹੋਰ ਬੀਤਿਆ। ਚੁਣ ਚੁਣ ਚੋਰ ਸਭੀ ਗਹਿਕਾਇਓ। ਜਿਹੜੇ ਚੋਰ ਡਾਕੂ ਸਨ ਗੁਰੂ ਸਾਹਿਬ ਨੇ ਸਾਰੇ ਸਿੱਧੇ ਰਾਹ ਪਾਏ। ਜਿਹੜੇ ਬਾਣੀ ਪੜ੍ਹਨ ਲੱਗ ਪਏ, ਨਾਮ ਜਪਣ ਲੱਗ ਪਏ, ਚੰਗੇ ਰਾਹ ਤੁਰ ਪਏ, ਉਹਨਾਂ ਨੂੰ ਕੁਝ ਨਹੀਂ ਕਿਹਾ। ਤੇ ਜਿਹੜੇ ਵਿਗੜੇ ਤਿਗੜੇ ਸੀ, ਸਮਝਾਇਆ ਵੀ ਨਹੀਂ ਸਮਝਦੇ, ਉਹਨਾਂ ਨੂੰ ਫਿਰ ਸਲੋਤਰ ਵੀ ਫੇਰਿਆ, ਕਿਉਂਕਿ ਜਿਹੋ ਜਿਹਾ ਕੋਈ ਬੰਦਾ ਸਮਝੇ ਉੱਦਾਂ ਹੀ ਸਮਝਾਉਣਾ ਪੈਂਦਾ। ਗੁਰੂ ਸਾਹਿਬ ਦੀ ਡਿਊਟੀ ਲੱਗੀ ਸੀ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਨੂੰ ਸੋਧਣ ਵਾਸਤੇ ਆਏ ਸਨ। ਇਸ ਕਰਕੇ ਸਤਿਗੁਰੂ ਜੀ ਉਹ ਕੰਮ ਕੀਤਾ ਹੈ। ਮਨੀਏ ਤੇ ਗੁਰ ਕਿਰਪਾ ਹੋਈ। ਭਾਈ ਮਨੀ ਸਿੰਘ ਤੇ ਬੜੀ ਗੁਰੂ ਦੀ ਕਿਰਪਾ, ਬੜੀ ਮਿਹਰ ਹੋ ਰਹੀ ਹੈ। ਸਿੱਧਕੀ ਸਿੱਖ ਇਸ ਸਮ ਨਹਿ ਕੋਈ। ਇਹ ਗੁਰੂ ਦੇ ਨਾਲ ਹੀ ਰਹਿੰਦਾ। ਇਹੋ ਜਿਹਾ ਸਿੱਧਕੀ ਸਿੱਖ ਵੀ ਗੁਰੂ ਸਾਹਿਬ ਨੂੰ ਇੱਕ ਮਿੰਟ ਵੀ ਨਹੀਂ ਪਰੇ ਹੋਏ, ਦੂਰ ਨਹੀਂ ਹੋਏ। ਜਿੱਥੇ ਵੀ ਗੁਰੂ ਸਾਹਿਬ ਭੇਜਦੇ ਭਾਈ ਮਨੀ ਸਿੰਘ ਜਾਂਦੇ ਹਨ। ਦਿਵਸ ਵਸੋਆ ਸੰਗਤ ਬੀਚ। ਸਾਧ ਸੰਗਤ ਜੀ ਵਿਸਾਖੀ ਦਾ ਮੇਲਾ ਆ ਜਾਂਦਾ, ਭਾਈ ਸਾਹਿਬ ਮਨੀ ਸਿੰਘ ਜੀ ਕਥਾ ਕਰਦੇ ਹਨ। ਗੁਰ ਦੀਵਾਨ ਮਨੀਏ ਕੂ ਕੀਚ। ਮਹਾਰਾਜ ਨੇ ਇੱਕ ਵਿਸਾਖੀ ਦੇ ਮੇਲੇ ਤੇ ਭਾਈ ਸਾਹਿਬ ਭਾਈ ਮਨੀ ਰਾਮ ਜੀ ਨੂੰ ਆਪਣਾ ਦੀਵਾਨ ਬਣਾਇਆ। ਇੱਕ ਦੀਵਾਨ ਆਨੰਦ ਚੰਦ ਸੀ ਤੇ ਦੂਸਰੀ ਦੀਵਾਨਗੀ ਦਾ ਅਹੁਦਾ ਜਿਹੜਾ ਹੈ
ਉਹ ਭਾਈ ਸਾਹਿਬ ਮਨੀ ਰਾਮ ਜੀ ਨੂੰ, ਮਨੀ ਸਿੰਘ ਜੀ ਨੂੰ ਦਿੱਤਾ ਹੈ। ਸੇਵਾ ਹਰੀ ਬੇਨਤੀ ਕਰਦਾ। ਭਾਈ ਸੇਵਾ ਸਿੰਘ ਜੀ ਕਹਿੰਦੇ ਮੈਂ ਬੇਨਤੀ ਕਰਦਾ ਹਾਂ। ਇਹ ਸਤਿਗੁਰ ਮੈਂ ਤੇਰਾ ਬਰਦਾ। ਭਾਈ ਮਨੀ ਸਿੰਘ ਨੇ ਇਦਾਂ ਬੇਨਤੀ ਕੀਤੀ ਸੀ ਗੁਰੂ ਦੇ ਚਰਨਾਂ 'ਚ ਕਿ ਹੇ ਸਤਿਗੁਰੂ ਮੈਂ ਤੇ ਤੇਰਾ ਗੁਲਾਮ ਹਾਂ, ਸੇਵਕ ਹਾਂ, ਤੁਸੀਂ ਮੈਨੂੰ ਵਡਿਆਈ ਦੇ ਰਹੇ ਹੋ, ਮੈਂ ਵਡਿਆਈ ਦਾ ਹੱਕਦਾਰ ਨਹੀਂ, ਵਡਿਆਈਆਂ ਤੇਰੀਆਂ ਹਨ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਹਾਂਜੀ। ਦੋਹਰਾ ਰੈਣ ਦਿਵਸ ਸੇਵਾ ਕਰੇ, ਰਹਿ ਕਰ ਪੂਰੀ ਆਨੰਦ। ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਦਿਨ ਰਾਤ ਭਾਈ ਮਨੀ ਸਿੰਘ ਸੇਵਾ ਕਰਦੇ ਸਨ। ਗੁਰੂ ਸਿੱਖ ਕਾ ਪਿਆਰਾ ਇਮ, ਜਿਮ ਚਕੋਰ ਤੇ ਚੰਦ। ਗੁਰੂ ਦੇ ਸਿੱਖ ਦਾ ਪਿਆਰ ਇਉਂ ਸੀ, ਭਾਈ ਮਨੀ ਸਿੰਘ ਦਾ ਤੇ ਕਲਗੀਧਰ ਦਾ ਪਿਆਰ ਇਉਂ ਸੀ ਜਿਵੇਂ ਚੰਦ ਤੇ ਚਕੋਰ ਦਾ ਹੁੰਦਾ। ਜਿਵੇਂ ਸਾਰੀ ਰਾਤ ਚਕੋਰ ਚੰਦਰਮਾ ਵੱਲ ਇਉਂ ਦੇਖਦੀ ਰਹਿੰਦੀ, ਪੂਰਨਮਾਸ਼ੀ ਦੀ ਰਾਤ ਨੂੰ ਅੱਖ ਨਹੀਂ ਝਪਕਦੀ, ਇੱਦਾਂ ਸਾਧ ਸੰਗਤ ਜੀ ਭਾਈ ਮਨੀ ਸਿੰਘ ਗੁਰੂ ਦੇ ਦਰਸ਼ਨ ਕਰਦੇ ਰਹਿੰਦੇ ਸਨ। 1749ਵਾਂ ਸੰਮਤ ਵਿਕਰਮ ਰਾਏ। 1749 ਬਿਕਰਮੀ ਵਿੱਚ ਭੀਮ ਚੰਦ ਕਹਿ ਲੂਰਪਤ ਗਇਓ ਸਵਰਗ ਸਿਧਾਏ। ਰਾਜਾ ਭੀਮ ਚੰਦ ਦੀ ਮੌਤ ਹੋ ਗਈ। ਸੋਰਠਾ ਅਸਨ ਦਿਨ ਖੋੜਸ ਗਇਓ, ਕੀਆ ਪਿਆਨਾ ਸੁਰਗ ਕੂ। 16ਵੀਂ ਅੱਸੂ ਦੀ 16 ਤਰੀਕ ਨੂੰ 16 ਸੰਮਤ 1749 ਨੂੰ ਰਾਜਾ ਭੀਮ ਚੰਦ ਸਵਰਗਵਾਸ ਹੋ ਗਿਆ, ਭਾਵ ਦੁਨੀਆ ਤੋਂ ਚਲਾ ਗਿਆ। ਪਾਛੇ ਗਾਦੀ ਪਾਪ ਪਰ ਬਹਿਓ, ਅਜਮੇਰ ਚੰਦ ਚੰਦਲੀਆ। ਉਹਦਾ ਫਿਰ ਪੁੱਤਰ ਅਜਮੇਰ ਚੰਦ ਚੰਦੇਲੀਆ ਗੱਦੀ ਤੇ ਬੈਠ ਗਿਆ। ਉਹਨੇ ਫਿਰ ਗੁਰੂ ਸਾਹਿਬ ਨਾਲ ਉਹਦੀ ਵਿਗੜੀ ਪਈ ਨਹੀਂ। ਫਿਰ ਤਾਂ ਉਹ ਜਿਹੜਾ ਸੀ ਨਾ ਅਜਮੇਰ ਚੰਦ, ਉਹ ਗੁਰੂ ਘਰ ਨਾਲ ਸਿੱਧਾ ਨਹੀਂ ਕਦੀ ਬੋਲਿਆ, ਪੁੱਠਾ ਹੀ ਰਿਹਾ। ਉਹਦਾ ਪੜਦਾਦਾ ਜਿਹੜਾ ਸੀ ਤਾਰਾ ਚੰਦ, ਉਹਨੂੰ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਾ ਕੇ ਲਿਆਏ ਸਨ। ਉਹਦੀ ਪੜਦਾਦੀ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਦੀ ਜਗ੍ਹਾ ਦਿੱਤੀ ਸੀ, ਭਾਵੇਂ ਗੁਰੂ ਸਾਹਿਬ ਨੇ ਉਹਦੀ ਮਾਇਆ ਦੇ ਕੇ ਰਜਿਸਟਰੀ ਮਾਤਾ ਨਾਨਕੀ ਦੇ ਨਾਂ ਕਰਵਾ ਲਈ ਸੀ, ਪਟਾ ਲਿਖਵਾ ਲਿਆ ਸੀ। ਪਰ ਬਾਅਦ ਵਿੱਚ ਇਹ ਰਾਜੇ ਗੁਰੂ ਘਰ ਨਾਲ ਵਿਗੜਦੇ ਗਏ। ਹੌਲੇ ਹੌਲੇ ਭੀਮ ਚੰਦ ਵੀ ਸਿੱਧੇ ਨਹੀਂ ਰਿਹਾ ਬਹੁਤਾ, ਪਰ ਉਹਦਾ ਪੁੱਤਰ ਅਜਮੇਰ ਚੰਦ ਉਹ ਪੱਕਾ ਵਿਰੋਧੀ ਬਣ ਗਿਆ। ਦੋਹਰਾ ਸਤੈ ਮੈਂ ਭਾਵਨ ਵਿਖੇ ਪੰਥ ਖਾਲਸਾ ਸਾਜ। ਫਿਰ ਮਹਾਰਾਜ ਨੇ ਜਦੋਂ ਪੰਥ ਖਾਲਸਾ ਸਾਜਿਆ, 5 ਪਿਆਰਿਆਂ ਦੀ ਚੋਣ ਕੀਤੀ। ਵਿਸਾਖੀ ਕੇ ਦਿਵਸ ਮੈਂ ਕਲਗੀਧਰ ਮਹਾਰਾਜ। ਕਲਗੀਧਰ ਮਹਾਰਾਜ ਨੇ ਵਿਸਾਖੀ ਉੱਤੇ 5 ਪਿਆਰਿਆਂ ਦੀ ਇੱਕ ਸੀਸ ਦੀ ਮੰਗ ਕੀਤੀ ਤੇ ਵਾਰੀ ਵਾਰੀ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਮਹਾਰਾਜ ਕੋਲ ਆਏ। ਇਹਨਾਂ 5 ਨੂੰ ਮਹਾਰਾਜ ਨੇ ਖੰਡੇ ਦਾ ਅੰਮ੍ਰਿਤ ਛਕਾ ਕੇ ਪੰਥ ਖਾਲਸਾ ਸਾਜਿਆ। ਚਰਨ ਪਾਹੁਲ ਗੋਬਿੰਦ ਗੁਰ, ਗਾਗਰ ਬੀਜ ਪਵਾਏ। ਸਾਧ ਸੰਗਤ ਜੀ, ਚਰਨ ਪਹੁਲ ਹੈ ਨਾ, ਇਹ ਪਹਿਲਾਂ 9 ਪਾਤਸ਼ਾਹੀਆਂ ਤੱਕ ਗੁਰੂ ਨਾਨਕ ਸਾਹਿਬ ਤੋਂ ਚੱਲੀ। ਗੁਰੂ ਤੇਗ ਬਹਾਦਰ ਸਾਹਿਬ ਵੀ ਵਰਤਦੇ ਰਹੇ, 10ਵੇਂ ਪਾਤਸ਼ਾਹ ਵੀ ਚਰਨ ਪਹੁਲ ਦਿੰਦੇ ਰਹੇ। ਅੱਜ ਮਹਾਰਾਜ ਨੇ ਉਹ ਚਰਨ ਪਹੁਲ ਜਿਹੜੀ ਸੀ ਨਾ, ਗਾਗਰ ਦੇ ਵਿੱਚ ਪਵਾ ਕੇ। ਚੌਪਤ ਰਾਏ ਥੀ ਜਿਉ ਕਹਿਓ, ਦਿਓ ਨਦੀ ਮੱਧ ਰਖਵਾਏ। ਭਾਈ ਚੌਪਤ ਰਾਏ, ਜਿਨ੍ਹਾਂ ਦਾ ਨਾਮ ਅੰਮ੍ਰਿਤ ਛਕ ਕੇ ਚੌਪਾ ਸਿੰਘ ਬਣਿਆ। ਚੌਪਤ ਰਾਏ 10ਵੇਂ ਪਾਤਸ਼ਾਹ ਜੀ ਨੂੰ ਖਿਡਾਉਂਦੇ ਰਹੇ ਨੇ। ਇਹ ਛਿੱਬਰ ਬ੍ਰਾਹਮਣ ਸਨ। ਮਹਾਰਾਜ 10ਵੇਂ ਪਾਤਸ਼ਾਹ ਨੂੰ ਪਟਨਾ ਸਾਹਿਬ ਇਹਨਾਂ ਨੇ ਆਪਣੀ ਗੋਦ ਵਿੱਚ ਖਿਡਾਇਆ। 4 ਸਾਹਿਬਜ਼ਾਦਿਆਂ ਨੂੰ ਭਾਈ ਚੌਪਤ ਰਾਏ ਆਪਣੀ ਗੋਦ ਵਿੱਚ ਖਿਡਾਇਆ। ਅੱਜ ਗੁਰੂ 10ਵੇਂ ਪਾਤਸ਼ਾਹ ਕਹਿੰਦੇ ਭਾਈ ਚੌਪਤ ਰਾਏ ਜੀ, ਇਹ ਗਾਗਰ ਚਰਨ ਪਹੁਲ ਦੀ ਲੈ ਜਾਓ, ਇਹਨੂੰ ਦਰਿਆ ਸਤਲੁਜ ਵਿੱਚ ਟਿਕਾ ਦਿਓ, ਉੱਥੋਂ ਦੂਸਰੀ ਗਾਗਰ ਭਰ ਕੇ ਲਿਆਓ। ਭਾਈ ਚੌਪਤ ਰਾਏ ਜੀ 7 ਬਚਨ ਕਹਿ ਕੇ ਗਾਗਰ ਸੀਸ ਤੇ ਰੱਖੀ, ਜਾ ਕੇ ਦਰਿਆ ਸਤਲੁਜ ਵਿੱਚ ਭੇਟਾ ਕੀਤੀ, ਉੱਥੋਂ ਦੂਸਰਾ ਜਲ ਭਰ ਕੇ ਲਿਆਂਦਾ, ਜਿਹੜਾ ਸਰਬਲੋ ਦੇ ਬਾਟੇ 'ਚ ਪਾ ਕੇ 10ਵੇਂ ਪਾਤਸ਼ਾਹ ਨੇ ਖੰਡਾ ਫੇਰ ਕੇ ਪਤਾਸੇ ਮਾਤਾ ਜੀ ਨੇ ਪਾਏ ਤੇ ਅੰਮ੍ਰਿਤ ਛਕਾਇਆ। ਤੇਜ ਤੇਜ ਜੋ ਚੰਡੀ ਬਾਣੀ, ਸ੍ਰੀ ਮੁਖ ਅੰਮ੍ਰਿਤ ਮੱਧ ਬਖਾਣੀ। ਮਹਾਰਾਜ ਨੇ ਭਗਤੀ ਤੇ ਸ਼ਕਤੀ ਵਾਲੀਆਂ ਬਾਣੀਆਂ ਪੜ੍ਹ ਕੇ ਸਿੱਖਾਂ 'ਚ ਭਗਤੀ ਤੇ ਸ਼ਕਤੀ ਦਾ ਸੁਮੇਲ ਕਰਕੇ ਅੰਮ੍ਰਿਤ ਤਿਆਰ ਕੀਤਾ। ਹਾਂਜੀ। ਸਵਈਆ ਪਾਹੁਲ ਦਿਓ ਕਹਿ ਥੀ ਦਸ਼ਮੇਸ਼ ਜੂ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾਇਆ, ਅੰਮ੍ਰਿਤ ਦਿੱਤਾ। ਮਨੀਏ ਥੀ ਸਿੰਘ ਮਨੀ ਬਣਾਇਓ। ਭਾਈ ਮਨੀ ਰਾਮ ਤੋਂ ਅੰਮ੍ਰਿਤ ਛਕਾ ਕੇ ਇਹਨਾਂ ਨੂੰ ਮਨੀ ਸਿੰਘ ਬਣਾ ਦਿੱਤਾ। 5 ਪਿਆਏ ਚੂਲੀ ਮਨੀ ਸਿੰਘ ਕੂ।
ਪੰਜ ਚੋਲੇ ਭਾਈ ਮਨੀ ਸਿੰਘ ਨੂੰ ਪਿਆਏ ਹਨ। 5 ਵਾਰੀ ਗੁਰ ਫਤਿਹ ਬੁਲਾਇਓ। ਤੇ 5 ਵਾਰੀ ਆਖਿਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ 5 ਵਾਰੀ ਫਤਿਹ ਬੁਲਾਈ ਹੈ। 5 ਚੁਲੀ ਮਦ ਆਖਣ ਡਾਰਕੈ। ਤੇ 5 ਛੱਟੇ ਅੰਮ੍ਰਿਤ ਦੇ ਅੱਖਾਂ ਵਿੱਚ ਪਾ ਕੇ ਵੀ 5 ਵਾਰੀ ਫਿਰ ਫਤਿਹ ਗਜਵਾਈ ਹੈ। 5 ਚੁਲੀ ਵਿੱਚ ਕੇਸਨ ਪਾਇਓ। ਤੇ 5 ਚੁੜੀਆਂ ਫਿਰ ਕੇਸਾਂ ਵਿੱਚ ਵੀ ਪਾਈਆਂ ਨੇ। ਇਸ ਤਰ੍ਹਾਂ 15 ਚੁਲੇ ਵਰਤਾ ਕੇ ਫਿਰ 15 ਵਾਰੀ ਵਾਹਿਗੁਰੂ ਜੀ ਕੀ ਫਤਿਹ ਗਜਵਾਈ ਹੈ। ਸੇਵਾ ਹਰੀ ਨਿਲੰਬਰ ਸ਼੍ਰੀ ਗੁਰ। ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਨੀਲੇ ਬਾਣੇ ਆਪ ਵੀ ਪਾ ਲਏ ਤੇ ਆਪਣੇ ਸਾਰੇ ਖਾਲਸੇ ਨੂੰ ਵੀ ਨੀਲਾ ਬਾਣਾ। ਭਾਈ ਗੁਰਦਾਸ ਜੀ ਦੂਜਿਆਂ ਦੀ ਵਾਰ ਪੜ੍ਹ ਲਓ, ਜਿਹਦੇ 'ਚ ਆਪਾਂ ਪੜ੍ਹਦੇ ਹਾਂ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਉਹਦੇ 'ਚ ਪੰਕਤੀ ਆਉਂਦੀ ਹੈ ਵੈ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ ਜਿਨ ਅਲਖ ਅਪਾਰ ਨਿਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ ਸਿਰ ਕੇਸ ਧਾਰ ਗਏ ਖੜਕ ਕੋ ਸਭ ਦੁਸ਼ਟ ਪਛਾਰਾ ਤਦ ਕੁੱਦੇ ਸਿੰਘ ਭੁਜੰਗੀਏ ਨੀਲ ਅੰਬਰ ਧਾਰਾ। ਨੀਲਾ ਬਾਣਾ ਮਹਾਰਾਜ ਨੇ ਭਾਈ ਕੋਇਰ ਸਿੰਘ ਦੇ ਗੁਰਬਿਲਾਸ ਵਿੱਚ ਵੀ ਨੀਲੇ ਬਾਣੇ ਦਾ ਹੀ ਜ਼ਿਕਰ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਾਜੀ ਰੁਕਨਦੀਨ ਨੂੰ ਆਉਣ ਵਾਲਾ ਸਮਾਂ ਦੱਸਿਆ ਸੀ, ਉਦੋਂ ਵੀ ਮਹਾਰਾਜ ਨੇ ਕਿਹਾ ਸੀ ਵੀ ਸਮਾਂ ਆਵੇਗਾ ਚੜ੍ਹ ਪਈ ਫੌਜ ਅਕਾਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪਹਿਰ ਕੇ ਅਵਰ ਨਾ ਦੀਸੇ ਕੋਏ। ਉਦੋਂ ਕਾਜੀ ਨੂੰ ਕਹਿਤਾ ਸੀ ਵੀ ਜਦੋਂ 10ਵੇਂ ਜਾਮੇ ਜਾਵਾਂਗੇ ਉਦੋਂ ਨੀਲੇ ਬਾਣੇ ਵਾਲੀ ਅਕਾਲੀ ਫੌਜ ਸਜਾਵਾਂਗੇ, ਖਾਲਸਾ ਫੌਜ ਸਜਾਵਾਂਗੇ। ਮਹਾਰਾਜ ਭਾਈ ਮਨੀ ਸਿੰਘ ਜੀ ਨੂੰ ਵੀ ਹੁਣ ਨੀਲੇ ਬਾਣੇ ਵਿੱਚ ਤਿਆਰ ਬਰ ਤਿਆਰ ਸਜਾ ਦਿੱਤਾ ਤੇ ਉਹਨਾਂ ਦੇ ਪੁੱਤਰ ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਇਹ 5 ਪੁੱਤਰਾਂ ਨੇ ਵੀ ਅੱਜ ਅੰਮ੍ਰਿਤ ਛਕ ਲਿਆ। ਉਹਨਾਂ ਦੇ ਭਰਾ ਮਾਨ ਸਿੰਘ, ਜਗਤ ਸਿੰਘ, ਉਹਨਾਂ ਸਾਰਿਆਂ ਨੇ ਵੀ ਖੰਡੇ ਦਾ ਅੰਮ੍ਰਿਤ ਪਾਨ ਕਰ ਲਿਆ। ਹਾਂਜੀ, ਤਨ ਮਨੀ ਸਿੰਘ ਜੂ ਕੇ ਸਜਾਇਓ। ਭਾਈ ਮਨੀ ਸਿੰਘ ਜੀ ਦੇ ਸਰੀਰ ਤੇ ਨੀਲਾ ਬਾਣਾ ਸੋਭਾ ਪਾਣ ਲੱਗ ਪਿਆ। ਦੋਹਰਾ ਮਨੀ ਸਿੰਘ ਕੇ 5 ਸੁੱਤ ਪਾਂਚੋ ਖਰੇ ਕਰਾਏ। ਮਨੀ ਸਿੰਘ ਦੇ 5 ਪੁੱਤਰ ਸਨ। ਸਾਧ ਸੰਗਤ ਜੀ ਉਸ ਵੇਲੇ ਉੱਥੇ ਵੈਸੇ ਤਾਂ ਮਨੀ ਸਿੰਘ ਦੇ 10 ਪੁੱਤਰ ਹੋਏ ਨੇ, ਜਿਨ੍ਹਾਂ ਚੋਂ ਲਗਭਗ 7-8 ਸ਼ਹੀਦ ਹੋਏ ਨੇ, ਪਰ ਉਸ ਵੇਲੇ ਉੱਥੇ ਜਿਹੜੇ ਹਾਜ਼ਰ ਸਨ ਅਨੰਦਪੁਰ ਸਾਹਿਬ ਵਿਸਾਖੀ ਤੇ, ਉਹ ਕਿਹੜੇ ਸਨ? ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਅਜਬ ਸਿੰਘ, ਅਜਾਇਬ ਸਿੰਘ ਤੇ ਅਨਕ ਸਿੰਘ। ਇਹਨਾਂ 5 ਨੂੰ ਖੜੇ ਕਰਾ ਕੇ ਅੰਮ੍ਰਿਤ